वाहिगुरु जी का खालसा वाहिगुरु जी की फतेह। आओ गुरु प्यारी साध संगत जीओ, आओ संगत रूप दे विच जुड़ के सतगुरां दी बाणी दी विचार करिए, सतगुरां दे उपदेश नूं समझिए, मन्निए, कमाउण दी कोशिश करिए। आओ कई दिन तो बाद आपां इह लाइव होए हाँ। आपां जिथों ये विचार उस दिन जिथे तक कीती सी गौड़ी राग दे विच महले पंजवें दी बाणी दी विचार कर रहे सी। आपां उत्थों अगे शुरू करते हाँ। आपां विचारिया सी कि परमेश्वर नूं जदों असीं चेते करते हाँ ते उस दे नाल भरम दूर हुंदा है। जिवें सतगुरु समझाउंदे ने सानू कि हर हर गुर गुर करते भरम गए, मेरे मन सुख सब सुख पायो। हरी हरी करना एक हुंदा बोलना, एक हर नूं ध्याउणा, एक गुर नूं ध्याउणा हुंदा है। ते फिर गुर दी सिफत सलाह करनी। इदां करन दे नाल कहंदे साडा भी भरम दूर हो गया। मेरे मन सब सुख पायो, भी मेरे मन नूं सब सुख प्राप्त हो गया। हर हर करन दे नाल, गुर गुर करन दे नाल। ये शब्द आपां अखीर च विसारिया सी, किवें निर्गुण आरे की बेनती देहो दर्श हर रायो। भी असीं बेनती कीती निर्गुण आरे ने कि मेरे कोल कोई गुण नहीं है, पर हे प्रभु नानक सन तुहारी ठाकुर सेवक द्वारा आयो। हे प्रभु तेरी शरण दे विच, हे ठाकुर तेरी शरण दे विच तेरे जनां द्वारा आए हाँ। किरपा करो साडे ते, मेरे निर्गुण आरे ते नूं दर्शन देहो। ये बेनती कीती। फिर मालक उहदे जनां द्वारा जदों फिर वो जन ज्ञान देंदे ने कि आ द्वारा है प्रभु दा, इस दर ते बैठ के आपां उसदे दर्शनां दी लोचा करनी है। फिर प्रभु जदों फिर प्रगट हो जाता है, फिर साडे मन नूं सुख प्राप्त होता है। जिवें इत्थे गुरसिख समझाउंदे ने, सतगुरु समझाउंदे ने कि हर हर गुर गुर करत भरम गए, मेरे मन सब सुख पायो। इत्थे तक आपां उस दिन विचार कीती सी। आओ अगले शब्द की विचार करते हाँ। गौड़ी राग दे विच महले पंजवें दी बाणी है। रंग संग बिख्या के भोगा, इन संग अंध न जानी। हों संचो हों खाटता, सगली आबद बेहानी। भी की करदा है जी संसार दे विच, भोग करता है, माया दे रंग विच रंगिया रहिंदा है, त्रै गुणां दे भोग करता है ते इन्हां दा संग करदा जीव अज्ञानता दे अंधेरे दे विच। ये नहीं जानदा कि मैं अपना जीवन किवें बतीत कर रहा हाँ। हौमे च फसिया, माया च फसिया की क्या समझदा है कि मैं अपनी जीवन नूं जिंदगी नूं बिता देंदा है। हों संचो हों खाटता, भी मैं बहुत कमाई करदा हाँ, मैं बहुत कुछ कमा लिया है।
ਇਸੇ ਦੇ ਵਿੱਚ ਹੀ ਸਗਲੀ ਆਬਦ ਬਿਹਾਨੀ। ਸਾਰੀ ਉਮਰ ਏਦਾਂ ਹੀ ਜੀਵ ਅੰਧੇ ਦੀ ਤਰ੍ਹਾਂ ਗਵਾ ਦਿੰਦਾ ਹੈ, ਬੀਤ ਜਾਂਦੀ ਹੈ। ਇਹ ਰਹੋ ਪੰਕਤੀਆਂ ਨੇ। ਤੇ ਹੋਰ ਕੀ ਕੀ ਸਮਝਦਾ ਹੈ? ਆਪਾਂ ਵੀ ਆਪਣੇ ਜੀਵਨ ਵਿੱਚ ਦੇਖ ਸਕਦੇ ਹਾਂ ਕਿ ਅਸੀਂ ਕਿਵੇਂ ਵਿਚਰਦੇ ਹਾਂ। ਹਉ ਸੂਰਾ ਪ੍ਰਧਾਨ ਹਉ, ਕੋ ਨਾਹੀ ਮੁਝੈ ਸਮਾਨੀ। ਵੀ ਮੈਂ ਬਹੁਤ ਬੜਾ ਸੂਰਮਾ ਹਾਂ, ਮੈਂ ਹੀ ਪ੍ਰਧਾਨ ਹਾਂ, ਮੇਰੇ ਵਰਗਾ ਦੂਜਾ ਮੇਰੇ ਸਮਾਨ ਕੋਈ ਹੋਰ ਨਹੀਂ ਹੈ। ਨਾ ਮੇਰੇ ਵਰਗਾ ਕੋਈ ਸੂਰਮਾ ਹੈ, ਨਾ ਮੇਰੇ ਵਰਗਾ ਕੋਈ ਸਿਆਣਾ ਹੈ, ਤੇ ਨਾ ਮੇਰੇ ਵਰਗਾ ਕੋਈ ਪ੍ਰਧਾਨ ਹੈ। ਜੋਬਨਵੰਤ ਆਚਾਰ ਕੁਲੀਨਾ, ਮਨ ਮੈਂ ਹੋਏ ਗੁਬਾਨੀ। ਜੋਬਨ ਦਾ ਵੀ ਮੈਂ ਬਹੁਤ ਜੋਬਨਵੰਤ ਹਾਂ, ਤੇ ਮੈਂ ਬਹੁਤ ਸਾਫ ਸੁਥਰਾ ਹਾਂ, ਮੇਰਾ ਆਚਾਰ ਬਹੁਤ ਚੰਗਾ ਹੈ। ਇਸੇ ਦਾ ਹੰਕਾਰ ਮਨ ਦੇ ਵਿੱਚ ਰੱਖਦਾ ਹੈ। ਮਨ ਮੈਂ ਹੋਏ ਗੁਮਾਨੀ। ਜਿਉ ਉਲਝਾਇਓ ਬਾਲ ਬੁੱਧ ਕਾ, ਮਰਤਿਆ ਨਹੀਂ ਬਿਸਰਾਨੀ। ਇਸ ਬਾਅਦ ਹੈ ਵੀ ਜਦੋਂ ਜੀਵ ਏਦਾਂ ਹੀ ਬਾਦ ਬੁੱਧ, ਜਿਹਨੂੰ ਆਪਾਂ ਕਹਿ ਸਕੀਏ ਕਿ ਬੁੱਧੀ ਤੋਂ ਹੀਣਾ ਜੀਵ, ਮਾਇਆ ਦੇ ਵਿੱਚ ਫਸਿਆ, ਵਿਵੇਕ ਬੁੱਧ ਤੋਂ ਹੀਣਾ, ਅਖੀਰ ਮਰਤਿਆਂ ਤੱਕ ਇਹੀ ਇਸ ਦਾ ਨਹੀਂ ਵਿਸਰਦੀ, ਇਹ ਬੁੱਧ ਨਹੀਂ ਵਿਸਰਦੀ, ਕਿਉਂਕਿ ਜਿਹੜੀ ਵਿਵੇਕ ਬੁੱਧ ਹੈ ਇਸ ਨੂੰ ਪ੍ਰਾਪਤ ਨਹੀਂ ਹੁੰਦੀ, ਗੁਰ ਦੀ ਮੱਤ ਪ੍ਰਾਪਤ ਨਹੀਂ ਕਰਦਾ, ਏਦਾਂ ਆਪਣਾ ਜੀਵਨ ਗਵਾ ਦਿੰਦਾ ਹੈ। ਭਾਈ ਮੀਤ ਬੰਦਪ ਸਖੇ, ਪਾਛੇ ਤਿਨਹੂ ਕੋ ਸੰਪਾਨੀ। ਤੇ ਕੀ ਸਮਝਾਉਂਦੇ ਨੇ? ਕਹਿੰਦੇ ਫਿਰ ਜਦ ਬੀਤ ਜਾਂਦਾ ਸਮਾਂ, ਚੱਲ ਜੀਵ ਮਰ ਜਾਂਦਾ ਹੈ, ਵੀ ਫਿਰ ਇਸਦੇ ਕੋਈ ਮਿੱਤਰ, ਭਾਈ, ਬੰਦਪ, ਸਖੇ, ਇਹਨਾਂ ਨੂੰ ਉਹਦੀ ਕਮਾਈ ਕੀਤੀ ਹੋਈ ਸੰਸਾਰੀ ਦੌਲਤ ਤਾਂ ਮਿਲ ਜਾਂਦੀ ਹੈ, ਇੱਥੇ ਛੱਡ ਕੇ ਚਲੇ ਜਾਂਦਾ ਹੈ, ਪਰ ਜਿਸ ਕਾਰਜ ਵਾਸਤੇ ਆਇਆ ਹੁੰਦਾ ਉਹ ਕਾਰਜ ਪੂਰਾ ਨਹੀਂ ਕਰਦਾ, ਆਪ ਖਾਲੀ ਹੱਥ ਜਾਂਦਾ ਹੈ। ਜਿਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾਨੀ। ਹੁਣ ਜਿਹੋ ਜਿਹਾ ਸੰਸਾਰ ਦੇ ਵਿੱਚ ਵਿਚਰਦਾ ਰਿਹਾ, ਜਿਹੀ ਜੀ ਮਨ ਦੇ ਵਿੱਚ ਕਾਮਨਾ ਰਹੀ, ਜਿਹੋ ਜੀ ਬਾਸ਼ਨਾ ਰਹੀ, ਅੰਤ ਸਮੇਂ ਫਿਰ ਉਸੇ ਪਾਸੇ ਧਿਆਨ ਚਲੇ ਜਾਂਦਾ ਹੈ। ਦਿਆਲ ਪੁਰਖ ਕਿਰਪਾ ਕਰੋ, ਨਾਨਕ ਦਾਸ ਅਹੰ ਬੁੱਧ ਸੁਚ ਕਰਮ ਕਰ, ਇਹ ਬੰਧਨ ਬੰਧਨੀ। ਤੇ ਹੋਰ ਕੀ ਸਮਝਾਉਂਦੇ ਨੇ ਕਿ ਹੋਰ ਕੀ ਕਰਦਾ ਹੈ ਜੀਵ? ਹਉਮੈ ਦੇ ਵਿੱਚ ਕਹਿੰਦਾ ਮੈਂ ਬੜੇ ਸੁੱਚੇ ਕਰਮ ਕਰਦਾ ਹਾਂ, ਮੈਂ ਇਹ ਕੁਛ ਕਰਦਾ ਹਾਂ। ਜੀਵ ਇਹ ਸਾਰੇ ਬੰਧਨ ਹੀ ਬੰਧਨ ਨੇ। ਏਦਾਂ ਸਮਝਾਉਂਦੇ ਨੇ ਕਿ ਏਦਾਂ ਸਾਡੀ ਜਿਹੜੀ ਉਮਰ ਹੈ ਬੀਤ ਗਈ। ਆਪਣੇ ਜੀਵਨ ਦਾ ਬਿਆਨ ਕਰਦਾ ਹੈ ਜੀਵ ਇੱਥੇ ਕਿ ਮੇਰੀ ਜਿਹੜੀ ਜੀਵਨ ਹੈ ਏਦਾਂ ਬੀਤ ਗਿਆ ਕਿ ਮੈਂ ਖੱਟਦਾ ਹਾਂ, ਮੈਂ ਪ੍ਰਧਾਨ ਹਾਂ, ਮੈਂ ਸੂਰਮਾ ਹਾਂ, ਮੈਂ ਜੋਬਨਵੰਤ ਹਾਂ, ਮੈਂ ਬਹੁਤ ਸਿਆਣਾ ਹਾਂ, ਬਹੁਤ ਸੁੰਦਰ ਹਾਂ, ਤੇ ਜੋ ਮੈਂ ਖੱਟਿਆ ਮੈਨੂੰ ਇਹ ਵੀ ਪਤਾ ਕਿ ਅੰਤ ਸਮੇਂ ਮੈਂ ਇਹ ਛੱਡ ਕੇ ਚਲੇ ਜਾਣਾ ਹੈ। ਇੱਥੇ ਸਭ ਦੂਜਿਆਂ ਨੇ ਸਾਂਭ ਲੈਣੀ ਹੈ, ਤੇ ਇਹ ਵੀ ਪਤਾ ਹੈ ਕਿ ਅੰਤ ਸਮੇਂ ਉਹ ਜਿੱਥੇ ਮੇਰਾ ਮਨ ਹੁਣ ਵਿਚਰਦਾ ਹੈ, ਜਿਹੀ ਜੀ ਮਨ ਵਿੱਚ ਵਾਸ਼ਨਾ ਹੈ, ਉਹ ਹੈ ਜਿਹੀ ਮੈਨੂੰ ਅੱਗੇ ਜੀਵਨ ਮਿਲੇਗਾ। ਤੇ ਸੋਝੀ ਹੋ ਜਾਂਦੀ ਹੈ ਕਿ ਏਦਾਂ ਮੇਰਾ ਬੰਧਨ ਮਨ ਹੈ ਜਿਹੜਾ ਇਹਨਾਂ ਬੰਧਨਾਂ ਦੇ ਵਿੱਚ ਬੰਧਿਆ ਪਿਆ ਹੈ। ਤੇ ਜਦੋਂ ਜੀਵ ਸੋਝੀ ਹੋ ਜਾਂਦੀ ਹੈ ਕਿ ਆਹ ਅਵਸਥਾ ਹੈ, ਮੈਂ ਏਦਾਂ ਵਿਚਰਦਾ ਹਾਂ, ਤੇ ਅੰਤ ਸਮੇਂ ਫਿਰ ਮੈਨੂੰ ਇਸ ਦਾ ਫਲ ਕੀ ਮਿਲਣਾ ਹੈ?
कि जो ज मैं बीजांगा ओह जा वटांगा। ते फिर जीव सोझी आउंदी, फिर की बेनती करदा है कि हे दयाल पुरख किरपा करो। मेरा तो जीवन इदां बीत गया है, मैनू सोझी आ गई कि अंत समय उही जी वासना पर जिही जी मेरे अंदर है वह जा मेरे ध्यान जाएगा। तो जो मैं खटिया है कमाया है ये भी मैं इत्थे छड्ड के चले जाना, दूजिਆਂ नूं सौंप जाना है। भी हुण किरपा करो मेरे ते, नानक दास दसानी। भी तेरे दासां दा दास बना दे, क्योंकि दासां कोल जाके ही उस प्रभु का ज्ञान प्राप्त होता है। पर यह अवस्था कदों बनती है जीव की, ये सोझी कदों आती है जदों जीव अपने बारे सोचता है बैठ के कि मैं हुण तक जो जीवन बिताया है किमें बिताया है, क्या जो मैं हुण तक कमाया है, जो मेरे कोल है, क्या मैं इस नूं अंत समय लैके जाना है, या जो इत्थे संसार चो कोई चलिया गया है क्या वो लैके गया है, या साडे प्यो दादे जे कमाउंदे रहे जदों गए क्या लैके गए, क्योंकि सानू सौंप के गए। असीं भी इदां ही इत्थे सौंप जानी है। फिर जीव नूं ये सोझी आउंदी है कि ये साडा जीवन मनोरथ नहीं है। फिर बेनती करता है कि हे प्रभु, हे ठाकुर, हे दयाल पुरख किरपा करो, नानक दास दसानी। भी सानू भी अपने दासां दा संग बख्शो, असीं भी तेरे दासां दे दास होइए, ताकि असीं भी उस कारज नूं पूरा करिए जिहड़े कारज वास्ते असीं आए हाँ। क्योंकि ये सारा ज्ञान आपां नूं कदों प्राप्त होंदा है, जदों आपां संगत करते हाँ उसे जना दी, जिहड़े जन दसदे ने कि असीं इदां सुख पाया। जिवें पहले शब्द विच आपां विचारिया सी कि हर हर गुर गुर करत परम गया। भी इदां साडा परम खत्म होया है, साडे मन नूं सब सुख प्राप्त होया है जदों उन्हां दी संगत करके जीव सुनदा है, ज्ञान लैंदा है। फिर ये मंगदा है, तू हे प्रभु अपने दासां दी संगत बख्शिश कर। आओ अगला शब्द विचारदे हाँ। ओंकार सतनाम करता पुरख गुर प्रसाद। गुर दी किरपा दे नाल, क्योंकि इत्थे इन्ने शब्द आउंदे ने आपां करता पुरख निरभौ निर्वैर अकाल मूर्त अजूनी सैभं गुर प्रसाद, लेकिन इत्थे करता पुरख गुर प्रसाद तक लिखिया है। ते गुर दी किरपा दे नाल ही, क्योंकि करता पुरख सानू गुर दे ज्ञान द्वारा ही ये सोझी देंदा है, आपा जनाउंदा है, अपनी भगती दे विच लाउंदा है। राग गौड़ी पूर्वी शंत महला पहला। ये गौड़ी राग है, पूर्वी शंत है, शंतां दे विच बाणी है। जिवें अष्टपदियां आपां विचारदे सी, इदां शंत ने महले पहले दे। आओ विचारते हाँ। मुंद रैन दुहे लड़िए जियो नींद ना आवे। जिवें जीवन नूं रात नूं नींद नहीं आउंदी, दुखी हुंदा है, दोहेला हुंदा है, इदां ये जीवन जिहड़ा साडा है
ਇਸ ਨੂੰ ਵੀ ਰਾਤ ਕਿਹਾ ਹੈ। ਤੇ ਜਿਸ ਦੇ ਵਿੱਚ ਮਨ ਨੂੰ ਚੈਨ ਨਹੀਂ ਆਉਂਦੀ। ਉਦਾਹਰਨ ਦਿੱਤੀ ਹੈ ਔਰਤ ਦੀ ਕਿ ਉਸ ਨੂੰ ਪਿਆਰੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਸੁਹਾਗਣ ਨੂੰ, ਤੇ ਇੱਥੇ ਸਾਨੂੰ ਉਸ ਪ੍ਰਭੂ ਤੋਂ ਬਿਨਾਂ ਇਹ ਜੀਵਨ ਰੂਪੀ ਰਾਤ ਹੈ, ਚੈਨ ਨਹੀਂ ਆਉਂਦੀ, ਆਨੰਦ ਨਹੀਂ ਆਉਂਦਾ। ਸਾ ਤਨ ਦੁਬਲੀਆਂ ਜੀਓ ਪਿਰਕੈ ਹਾਵੇ। ਵੀ ਤਨ ਔਰਤ ਪਤਨੀ ਨੂੰ ਕਹਿ ਦਿੱਤਾ, ਔਰਤ ਨੂੰ ਕਹਿ ਦਿੱਤਾ ਹੈ ਵੀ ਉਹ ਕਮਜ਼ੋਰ ਹੋ ਜਾਂਦੀ ਹੈ ਪ੍ਰਭੂ ਦੇ ਪਿਆਰ ਤੋਂ ਬਿਨਾਂ, ਪ੍ਰਭੂ ਦੇ ਵਿਛੋੜੇ ਦੇ ਵਿੱਚ। ਜਿਨ੍ਹਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਪ੍ਰਭੂ ਨੂੰ ਅਸੀਂ ਮਿਲਣਾ ਹੈ, ਉਹ ਜੀ ਫਿਰ ਕਮਜ਼ੋਰ ਪੈ ਜਾਂਦੇ ਨੇ ਮਨ ਕਰਕੇ ਪ੍ਰਭੂ ਤੋਂ। ਜਿਨ੍ਹਾਂ ਨੂੰ ਸੋਝੀ ਆਉਂਦੀ ਹੈ ਕਿ ਸਾਡਾ ਤਾਂ ਸੁਹਾਗ ਪ੍ਰਭੂ ਹੈ, ਪਰਮੇਸ਼ਰ ਹੈ, ਲੇਕਿਨ ਅਸੀਂ ਉਸ ਤੋਂ ਦੂਰ ਹਾਂ, ਉਸ ਤੋਂ ਵਾਂਝੇ ਹਾਂ, ਫਿਰ ਉਹ ਮਨ ਕਰਕੇ ਕਮਜ਼ੋਰ ਪੈ ਜਾਂਦੀ ਹੈ। ਤਨ ਥੀ ਦੁਬਲ ਕੰਤ ਹਾਵੈ ਕੇ ਬਨੈਣੀ ਦੇਖੈ। ਕਹਿੰਦੇ ਔਰਤ ਤਨ ਪਤਨੀ ਕਹਿ ਲਈਏ, ਹਾਂ ਇੱਥੇ ਪਤਨੀ ਕਹਾਂਗੇ, ਕਿ ਉਹ ਬਹੁਤ ਕਮਜ਼ੋਰ ਹੋ ਗਈ ਹੈ। ਕਾਹਦੇ ਵਿੱਚ? ਕੰਤ ਹਾਵੈ, ਕੰਤ ਦੇ ਵਿਛੋੜੇ ਦੇ ਵਿੱਚ ਲੋਚਦੀ ਹੈ ਕਿ ਕਦੋਂ ਉਹਦੇ ਦਰਸ਼ਨ ਕਰਾਂ, ਲੇਕਿਨ ਉਸ ਤੋਂ ਵਿਛੜੀ ਹੈ, ਦਰਸ਼ਨ ਨਹੀਂ ਹੋ ਰਹੇ, ਤੇ ਫਿਰ ਹਾਵੇ ਲੈਂਦੀ, ਹੌਕੇ ਲੈਂਦੀ ਹੈ, ਵਿਜੋਗ ਕਰਦੀ ਹੈ। ਤਨ ਥੀ ਦੁਬਲ ਕੰਤ ਹਾਵੈ ਕੇ ਬਨੈਣੀ ਦੇਖਾਂ, ਵੀ ਕਦੋਂ ਉਸ ਨੂੰ ਨੇਤਰਾਂ ਦੁਆਰਾ ਮੈਂ ਦਰਸ਼ਨ ਕਰਾਂ। ਸ਼ਿਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ। ਵੀ ਉਸ ਤੋਂ ਵਿਛੜੇ, ਉਸ ਤੋਂ ਬਿਨਾਂ, ਪਿਆਰੇ ਤੋਂ ਬਿਨਾਂ ਜੇ ਅਸੀਂ ਇੱਥੇ ਸ਼ਿਗਾਰ ਕਰਦੇ ਤਨ ਦਾ, ਜਾਂ ਅਸੀਂ ਬਹੁਤ ਮਿੱਠੇ ਰਸ ਭੋਗਦੇ ਖਾਂਦੇ ਹਾਂ, ਸਵਾਦਲੇ ਵਸਤੂ ਖਾਂਦੇ ਹਾਂ, ਭੋਜਨ ਖਾਂਦੇ ਹਾਂ, ਵੀ ਇਹ ਸਾਰਾ ਕੁਛ ਵਿਅਰਥ ਹੀ ਹੈ, ਸਭ ਝੂਠ ਕਿਤੇ ਨਾ ਲਿਖੇ। ਕਿਉਂਕਿ ਉਸ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾਂ, ਉਸ ਪਿਆਰੇ ਦੇ ਦਰਸ਼ਨਾਂ ਤੋਂ ਬਿਨਾਂ ਅਸੀਂ ਜੋ ਵੀ ਇੱਥੇ ਭੋਗਦੇ ਹਾਂ ਸਭ ਝੂਠ ਹੈ। ਸੱਚਾ ਪਿਆਰ ਤਾਂ ਉਸ ਪ੍ਰਭੂ ਦਾ ਹੀ ਹੈ, ਜਿੱਥੇ ਸਾਡੇ ਮਨ ਨੂੰ ਫਿਰ ਆਨੰਦ ਆਉਂਦਾ ਹੈ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਨੀ ਨਾ ਹਾਵੇ। ਵੀ ਹੰਕਾਰ ਦੇ ਵਿੱਚ, ਮੈਂ ਆਪਣੀ ਜੋਬਨ ਦੇ ਨਸ਼ੇ ਦੇ ਵਿੱਚ ਤੇ ਆਪਣਾ ਜੀਵਨ ਗਵਾ ਲਿਆ, ਜਵਾਨੀ ਬਿਤਾ ਲਈ। ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਸਮਾਂ ਹੈ। ਨਾਨਕ ਸਾ ਤਨ ਮਿਲੇ ਮਿਲਾਈ ਬਿਨ ਪਿਰ ਨੀਂਦ ਨਾ ਆਵੇ। ਵੀ ਜਦ ਤੱਕ ਉਸ ਪ੍ਰਭੂ ਨੂੰ ਮਿਲਦੇ ਨਹੀਂ, ਸਾਨੂੰ ਨੀਂਦ ਨਹੀਂ ਆਉਂਦੀ। ਪਰ ਮਿਲਦਾ ਕਦੋਂ ਹੈ? ਜਦੋਂ ਪ੍ਰਭੂ ਮਿਲਾ ਲੈਂਦਾ ਆਪਣੇ ਨਾਲ। ਜਦੋਂ ਆਪਾਂ ਸੰਗ ਕਰਦੇ ਹਾਂ, ਜਿਹੜੇ ਮਿਲੇ ਨੇ ਉਹ ਫਿਰ ਸਾਨੂੰ ਦੱਸਦੇ ਨੇ ਕਿ ਏਦਾਂ ਆਪਾਂ ਮਿਲ ਸਕਦੇ ਹਾਂ। ਪਰ ਕਿਤੇ ਮਿਲਦਾ ਕੌਣ ਹੈ? ਜਿਸ ਨੂੰ ਵਿਛੋੜੇ ਦਾ ਦੁੱਖ ਹੈ, ਜਿਸ ਨੂੰ ਚੈਨ ਨਹੀਂ ਹੈ ਉਸ ਪ੍ਰਭੂ ਤੇ ਵਿਛੜਿਆ, ਜਿਸ ਨੂੰ ਪਤਾ ਹੈ ਕਿ ਉਸ ਤੋਂ ਬਿਨਾਂ ਸਾਡਾ ਜੀਵਨ ਵਿਅਰਥ ਹੈ। ਕਿਉਂਕਿ ਉਸ ਜੀਵ ਨੇ ਧਨ ਦੌਲਤ ਦੇ ਵਿੱਚ, ਰਸ ਭੋਗਾਂ ਦੇ ਵਿੱਚ ਹੀ ਮਸਤ ਰਹਿੰਦੇ ਨੇ ਕਿ ਬਸ ਇਹੀ ਸਾਡਾ ਜੀਵਨ ਹੈ। ਖਾ ਲਿਆ, ਭੋਗ ਲਿਆ, ਸੌਂ ਲਏ, ਕੱਪੜੇ ਪਹਿਨ ਲਏ, ਮੌਜ ਮਸਤੀ ਕਰ ਲਈ। ਪਰ ਕਈ ਜੀਵਾਂ ਨੂੰ, ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਕਿ ਨਹੀਂ, ਇਹ ਸਭ ਕੁਝ ਝੂਠ ਹੈ, ਅਸੀਂ ਇਹ ਕੁਝ ਕਰਨ ਨਹੀਂ ਆਏ, ਅਸੀਂ ਤਾਂ ਉਸ ਪਿਆਰੇ ਨੂੰ ਮਿਲਣ ਦੇ ਵਾਸਤੇ ਆਏ ਹਾਂ। ਫਿਰ ਜਾ ਕੇ ਜੀਵ ਨੂੰ ਇਹ ਸੋਝੀ ਆਉਂਦੀ ਹੈ ਕਿ ਫਿਰ ਐਸੇ ਜਨਾਂ ਦਾ ਸੰਗ ਮੰਗਦਾ ਹੈ ਕਿ ਜਿਹੜੇ ਸਾਨੂੰ ਮਿਲਾ ਦੇਣ, ਕਿਉਂਕਿ ਮਿਲਾਇਆ ਹੀ ਮਿਲਦਾ ਹੈ।
ਮੁੰਦ ਨਿਮਾਨੜੀਆ ਜਿਉ ਬਿਨ ਧਨੀ ਪਿਆਰੇ। ਵੀ ਉਸ ਤੋਂ ਬਿਨਾਂ ਨਿਮਾਣੀ ਰਹਿੰਦੀ ਹੈ, ਝੂਰਦੀ ਰਹਿੰਦੀ ਹੈ ਔਰਤ। ਪਿਆਰੇ ਤੋਂ ਬਿਨਾਂ, ਖਸਮ ਤੋਂ ਬਿਨਾਂ ਕਿਉਂ ਸੁਖ ਪਾਵੇਗੀ ਬਿਨ ਔਰ ਤਾਰੇ। ਵੀ ਕਿਵੇਂ ਸੁਖ ਪਾਊਗੀ ਉਸ ਪਿਆਰੇ ਤੋਂ ਬਿਨਾਂ। ਏਦਾਂ ਇੱਥੇ ਉਸ ਪ੍ਰਭੂ ਨੂੰ ਹਿਰਦੇ ਦੇ ਵਿੱਚ ਵਸਾਏ ਤੋਂ ਬਿਨਾਂ ਸੁਖ ਨਹੀਂ ਆਉਣਾ। ਕਿਉਂਕਿ ਉਦਾਹਰਨ ਦਿੱਤੀ ਹੈ ਤੇ ਗੱਲ ਕਿਸ ਦੀ ਕਰਦੇ ਹਨ ਸਤਿਗੁਰੂ ਜੀ? ਸਾਡੇ ਮਨ ਦੀ ਤੇ ਪਰਮੇਸ਼ਰ ਦੀ। ਜਦ ਤੱਕ ਅਸੀਂ ਹਿਰਦੇ 'ਚ ਵਸਾ ਨਹੀਂ ਲੈਂਦੇ ਉਸ ਪ੍ਰਭੂ ਨੂੰ, ਤੇ ਸਾਨੂੰ ਸੁਖ ਨਹੀਂ ਆਏਗਾ। ਨਾ ਬਿਨ ਘਰ ਵਾਸ ਨਾਹੀਂ ਪੁੱਛੋ ਸਖੀ ਸਹੇਲੀਆਂ। ਵੀ ਉਸ ਪਿਆਰੇ ਤੋਂ ਬਿਨਾਂ, ਜਿਨ੍ਹਾਂ ਦੇ ਘਰ ਦੇ ਵਿੱਚ ਉਹ ਪਿਆਰਾ ਨਹੀਂ ਵਸਦਾ, ਵੀ ਉਹ ਫਿਰ ਸੁਖੀ ਨਹੀਂ ਹੋ ਸਕਦੀਆਂ। ਨਾ ਬਿਨ ਘਰ ਵਾਸ ਨਾਹੀਂ। ਤੇ ਫਿਰ ਉਹਨਾਂ ਨੂੰ ਪੁੱਛੋ, ਪੁੱਛੋ ਸਖੀ ਸਹੇਲੀਆਂ, ਉਹਨਾਂ ਨੂੰ ਪੁੱਛੋ ਜਿਹੜੇ ਫਿਰ ਸਾਨੂੰ ਇਹ ਗਿਆਨ ਦਿੰਦੇ ਨੇ, ਜਿਹੜੇ ਵਸਦੇ ਨੇ। ਬਿਨ ਨਾਮ ਪ੍ਰੀਤ ਪਿਆਰ ਨਾਹੀਂ ਬਸੇ ਸਾਚ ਸਹੇਲੀਆਂ। ਤੇ ਉਹ ਫਿਰ ਦੱਸਦੀਆਂ ਨੇ ਵੀ ਜਦ ਤੱਕ ਸਾਡਾ ਨਾਮ ਦੇ ਨਾਲ ਪਿਆਰ ਨਹੀਂ ਪੈਂਦਾ, ਜਿਹੜੀਆਂ ਨੇ ਪਾਇਆ ਹੈ, ਵੀ ਉਦੋਂ ਤੱਕ ਉਹ ਸਾਡੇ ਮਨ ਦੇ ਵਿੱਚ ਨਹੀਂ ਵਸਦਾ। ਬਿਨ ਨਾਮ ਪ੍ਰੀਤ ਪਿਆਰ ਨਾਹੀਂ ਬਸੈ ਸਾਚ ਸਹੇਲੀਆਂ। ਵੀ ਉਨੀ ਦੇਰ ਸਾਡੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਪ੍ਰਭੂ ਨਹੀਂ ਵਸਦਾ, ਸੱਚ ਨਹੀਂ ਵਸਦਾ, ਜਿੰਨੀ ਦੇਰ ਅਸੀਂ ਪਹਿਲਾਂ ਨਾਮ ਦੇ ਨਾਲ ਪਿਆਰ ਨਹੀਂ ਪਾਉਂਦੀਆਂ। ਗੁਰ ਦਾ ਗਿਆਨ ਲੈ ਕੇ ਨਾਮ ਦੇ ਨਾਲ ਪ੍ਰੀਤ ਨਹੀਂ ਪਾਉਂਦੇ, ਤੇ ਸਾਡੇ ਘਰ ਦੇ ਵਿੱਚ ਮਾਲਕ ਨਹੀਂ ਵਸਦਾ। ਕਿਉਂਕਿ ਨਾਮ ਤਿਆਗ ਕੇ ਹੀ ਸਾਡਾ ਮਨ ਨਿਰਮਲ ਹੁੰਦਾ ਹੈ। ਨਾਮ ਦਾ ਹੀ ਸਾਰਾ ਸ਼ਿੰਗਾਰ ਹੈ। ਨਾਮ ਹੀ ਸਾਡੇ ਕੋਲ ਧਨ ਹੁੰਦਾ ਹੈ। ਸਾਰਾ ਕੁਝ ਸਾਡਾ ਨਾਮ ਹੈ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਸਾਰਾ ਕੁਝ ਨਾਮ ਹੈ। ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ। ਫਿਰ ਉਹ ਦੱਸਦੇ ਨੇ ਜਿਹੜੇ ਪਿਆਰੇ ਨੂੰ ਮਿਲੇ ਨੇ, ਪਾਇਆ ਹੈ ਕਿ ਮਨ ਦੇ ਵਿੱਚ ਸੱਚ ਵਸਿਆ ਹੋਵੇ, ਸੰਤੋਖ ਹੋਵੇ, ਮਨ ਸੱਚਾ ਗਿਆਨ ਲਿਆ ਹੋਵੇ, ਸੰਤੋਖ ਹੋਵੇ, ਤੇ ਗੁਰ ਦੀ ਮੱਤ। ਐਸੇ ਜਨਾਂ ਤੋਂ ਫਿਰ ਗੁਰ ਦੀ ਮੱਤ ਲਈਏ, ਜਿਨ੍ਹਾਂ ਦੇ ਮਨ ਵਿੱਚ ਸੱਚ ਵਸਿਆ ਹੈ, ਜਿਨ੍ਹਾਂ ਦਾ ਮਨ ਸੰਤੋਖਿਆ ਹੈ। ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ। ਵੀ ਉਹਨਾਂ ਤੋਂ ਗੁਰ ਦੀ ਮੱਤ ਲੈ ਕੇ ਫਿਰ ਸੌ ਨੂੰ ਜਾਣਿਆ ਹੈ। ਜਿਨ੍ਹਾਂ ਦੇ ਮਨ ਵਿੱਚ ਵਸਿਆ ਹੈ, ਜਿਹੜੇ ਉਹ ਫਿਰ ਸਾਨੂੰ ਦੱਸਦੇ ਨੇ ਵੀ ਆਹ ਤਰੀਕਾ ਹੈ ਉਸ ਪ੍ਰਭੂ ਨੂੰ ਮਨ ਦੇ ਵਿੱਚ ਵਸਾਉਣ ਦਾ, ਆਹ ਤਰੀਕਾ ਹੈ ਗੁਰ ਕਮਾਉਣ ਦਾ। ਏਦਾਂ ਨਾਮ ਦੇ ਨਾਲ ਪ੍ਰੀਤ ਪੈਂਦੀ ਹੈ, ਤੇ ਫਿਰ ਜਾ ਕੇ ਹਿਰਦੇ ਦੇ ਵਿੱਚ ਵਾਸਾ ਕਰਦਾ ਹੈ। ਨਾਨਕ ਨਾਮ ਨਾ ਛੋੜੈ ਸਾਤਨ ਨਾਮ ਸਹਿਜ ਸਮਾਣੀਐ। ਤੇ ਸਮਝਾਉਂਦੇ ਨੇ ਵੀ ਜਿਹੜੀ ਧਨ ਔਰਤ ਨਾਮ ਨੂੰ ਨਹੀਂ ਛੱਡਦੀ, ਉਹੀ ਜਾ ਕੇ ਫਿਰ ਸਹਿਜ ਦੇ ਵਿੱਚ ਸਮਾਉਂਦੀ ਹੈ, ਨਾਮ ਦੇ ਵਿੱਚ ਸਮਾਉਂਦੀ ਹੈ, ਜਿੱਥੇ ਫਿਰ ਪ੍ਰਭੂ ਦਾ ਵਾਸਾ ਹੈ, ਜਿੱਥੇ ਫਿਰ ਉਹ ਸਾਡਾ ਸੰਗੀ ਹੋ ਜਾਂਦਾ ਹੈ। ਜਿੱਥੇ ਅਸੀਂ ਉਸਦੇ ਨਾਲ ਵਸਦੇ ਨੇ, ਉਹ ਸਾਡੇ ਨਾਲ ਵਸਦਾ ਹੈ, ਪਰ ਉਸਦੇ ਵਾਸਤੇ ਨਾਮ ਦੇ ਨਾਲ ਪ੍ਰੀਤ ਪਾਉਣੀ ਪੈਂਦੀ ਹੈ। ਨਾਨਕ ਨਾਮ ਨਾ ਛੋੜੈ ਸਾਤਨ ਨਾਮ ਸਹਿਜ ਸਮਾਣੀਐ। ਨਾਮ ਨੂੰ ਨਾ ਛੱਡੇ, ਗੁਰ ਦੇ ਗਿਆਨ ਨੂੰ ਨਾ ਛੱਡੇ, ਉਸਨੂੰ ਕਮਾਉਂਦੀ ਰਹੇ, ਫਿਰ ਜਾ ਕੇ ਉਸਦੇ ਵਿੱਚ ਸਮਾਉਂਦੀ ਹੈ। ਮਿਲ ਸਖੀ ਸਹੇਲੜਿਓ ਹਮ ਪਿਰ ਰਾਵੇ ਹਾਂ। ਵੀ ਫਿਰ ਐਸੀ ਸਖੀ ਸਹੇਲੀਆਂ ਨੂੰ ਮਿਲੀਏ
ਜਿਹੜੀਆਂ ਉਸ ਪਿਆਰੇ ਨੂੰ ਰੱਬ ਦੀਆਂ ਨੇ, ਮਿਲੀਆਂ ਨੇ। ਗੁਰ ਪੁੱਛ ਲਿਖੋਂਗੀ ਜੀਓ ਸ਼ਬਦ ਸੁਨੇਹਾ, ਵੀ ਉਹਨਾਂ ਤੋਂ ਫਿਰ ਪੁੱਛੂੰਗੀ ਗੁਰ ਦਾ ਗਿਆਨ ਲਊਂਗੀ, ਵੀ ਉਸ ਸੁਨੇਹਾ ਦਿਓ ਸਾਨੂੰ, ਉਸ ਸ਼ਬਦ ਦਾ ਗਿਆਨ ਦਿਓ ਜਿਹਦੇ ਨਾਲ ਉਸ ਪ੍ਰਭੂ ਦੇ ਨਾਲ ਪਿਆਰ ਪੈ ਜਾਵੇ, ਮਿਲਾਪ ਹੋ ਜਾਵੇ। ਸ਼ਬਦ ਸਾਚਾ ਗੁਰ ਦਿਖਾਇਆ, ਮਨ ਮੁਖੀ ਪਛਤਾਣੀਆਂ। ਫਿਰ ਉਹ ਸੱਚਾ ਸ਼ਬਦ, ਉਹ ਗੁਰ ਫਿਰ ਸਾਨੂੰ ਦੱਸਦੀਆਂ ਨੇ। ਆਪ ਮਾਲਕ ਉਹਨਾਂ ਦੁਆਰਾ ਇਹ ਗਿਆਨ ਦਿੰਦਾ ਹੈ ਜਿੱਥੇ ਗੁਰ ਦਿਖਾਇਆ, ਕਿਉਂਕਿ ਨੇਤਰਾਂ ਦੁਆਰਾ, ਨੇਤਰਾਂ 'ਚ ਇਹ ਗੁਰ ਦਾ ਗਿਆਨ ਪਾਇਆ ਜਾਂਦਾ ਹੈ। ਸੋਝੀ ਆਉਂਦੀ ਹੈ। ਜਿਹੜੀਆਂ ਮਨਮੁਖ ਨੇ ਉਹ ਪਛਤਾਉਂਦੀਆਂ ਨੇ, ਜਿਹੜੀਆਂ ਫਿਰ ਜਿਨ੍ਹਾਂ ਦੇ ਅੰਦਰ ਇਹ ਚਾਅ ਪੈਦਾ ਹੁੰਦਾ ਹੈ ਉਹ ਫਿਰ ਉਹਨਾਂ ਸਖੀਆਂ ਦਾ ਸੰਗ ਕਰਦੀਆਂ ਨੇ ਜਿਹੜੀਆਂ ਪ੍ਰਭੂ ਨੂੰ ਮਿਲੀਆਂ ਨੇ, ਤੇ ਉੱਥੇ ਫਿਰ ਗੁਰ ਦਾ ਗਿਆਨ ਲੈ ਕੇ ਹੀ ਆਪਾਂ ਪ੍ਰਭੂ ਨੂੰ ਪਾ ਸਕਦੇ ਹਾਂ। ਨਿਕਸ ਜਾਤੋ ਰਹੇ ਅਸਥਿਰ, ਜਾਮ ਸੱਚ ਪਛਾਣਿਆ। ਫਿਰ ਸਮਝਾਉਂਦੇ ਨੇ ਵੀ ਜਦੋਂ ਅਸੀਂ ਉਸ ਨੂੰ ਨੇੜੇ ਜਾਣ ਲਿਆ, ਜੋ ਸਥਿਰ ਹੈ, ਸਦਾ ਅਵਿਨਾਸ਼ੀ ਹੈ, ਅਚਲ ਹੈ, ਫਿਰ ਜਾ ਕੇ ਮਨ ਫਿਰ ਸੱਚ ਨੂੰ ਪਹਿਚਾਣਿਆ ਜਾਂਦਾ ਹੈ। ਨਿਕਸ ਜਾਤੋ ਰਹੇ ਅਸਥਿਰ, ਜਾਮ ਸੱਚ ਪਛਾਣਿਆ। ਸਾਜ ਕੀਮਤ ਸਦਾ ਨੌਤਨ, ਸ਼ਬਦ ਨੇਹੋ ਨਵੇਲੋ। ਜਦੋਂ ਪਹਿਚਾਣ ਲਿਆ ਗਿਆਨ ਦੁਆਰਾ, ਸੱਚੇ ਸ਼ਬਦ ਦੁਆਰਾ ਨੇੜੇ ਜਾਣ ਲਿਆ, ਉਸਨੂੰ ਪਹਿਚਾਣ ਲਿਆ, ਕਿਉਂਕਿ ਪਹਿਚਾਨਣ ਤੋਂ ਬਿਨਾਂ ਸਾਨੂੰ ਸਾਡਾ ਭਰਮ ਦੂਰ ਨਹੀਂ ਹੁੰਦਾ। ਜਾਣਨਾ ਕੀ ਹੁੰਦਾ ਹੈ? ਪਹਿਚਾਨਣਾ। ਫਿਰ ਇਹ ਪਹਿਚਾਨਣ ਤੋਂ ਬਾਅਦ ਫਿਰ ਨੇੜੇ ਹਰ ਸਮੇਂ ਉਸ ਨੂੰ ਦੇਖ ਸਕਦੇ ਹਾਂ। ਫਿਰ ਜਦੋਂ ਨੇੜੇ ਜਾਣ ਲੈਂਦੇ ਹਾਂ, ਫਿਰ ਸਦਾ ਹੀ ਸਾਡੀ ਜਿਹੜੀ ਮਤ ਹੈ ਨਵੀਂ ਨਰੋਈ ਰਹਿੰਦੀ ਹੈ, ਸਦਾ ਸਾਨੂੰ ਉਸ ਦਾ ਗਿਆਨ ਰਹਿੰਦਾ ਹੈ। ਉਹ ਫਿਰ ਸਾਨੂੰ, ਜੋ ਕਿ ਹਰ ਰੋਜ਼ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਸਾਚ ਕੀਮਤ ਸਦਾ ਨੌਤਨ, ਸ਼ਬਦ ਨੇਹੋ ਨਵੇਲੋ। ਵੀ ਸ਼ਬਦ ਦੇ ਨਾਲ ਪਿਆਰ ਪੈ ਜਾਂਦਾ ਹੈ, ਉਹ ਸ਼ਬਦ ਸਾਨੂੰ ਪਿਆਰਾ ਲੱਗਦਾ ਹੈ, ਫਿਰ ਸਦਾ ਹੀ ਸੱਚ ਦੇ ਨਾਲ ਮਿਲਾਪ ਰਹਿੰਦਾ ਹੈ, ਜਿਹੜਾ ਸਦਾ ਹੀ ਹਰ ਸਮੇਂ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ। ਨਾਨਕ ਨਦਨੀ ਸਹਿਜ ਸਾਚਾ, ਮਿਲੋ ਸਖੀ ਸਹੇਲਿਓ। ਵੀ ਉਹ ਸਾਚਾ ਸਾਹਿਬ ਹੈ ਜਿਹੜਾ ਸਹਿਜ ਹੈ, ਚੌਥਾ ਪਦ ਹੈ, ਉਹ ਸਿਰਫ ਨੇਤਰਾਂ ਦੁਆਰਾ ਹੀ ਦੇਖ ਕੇ ਹੀ ਮਿਲਾਪ ਹੁੰਦਾ ਹੈ, ਪਹਿਚਾਨ ਹੀ ਹੁੰਦਾ, ਕਿਉਂਕਿ ਨਜ਼ਰਾਂ ਦਾ ਹੀ ਕਰਮ ਹੈ। ਨੇਤਰਾਂ ਨੂੰ ਸਮ ਕਰਕੇ ਇੱਕ ਦ੍ਰਿਸ਼ਟ ਹੋ ਕੇ ਹੀ ਅਸੀਂ ਉਸ ਨੂੰ ਦੇਖ ਸਕਦੇ ਹਾਂ। ਹੋਰ ਕੋਈ ਤਰੀਕਾ ਨਹੀਂ ਉਸ ਨੂੰ ਜਾਣਨ ਦਾ, ਪਹਿਚਾਨਣ ਦਾ, ਨੇੜੇ ਜਾਣਨ ਦਾ, ਕਿਉਂਕਿ ਨੇਤਰਾਂ ਦੇ ਵਿੱਚ ਹੀ ਗਿਆਨ ਦਾ ਸੁਰਮਾ ਪਾ ਕੇ ਨੇਤਰਾਂ ਦੁਆਰਾ ਹੀ ਉਸ ਨੂੰ ਦੇਖ ਸਕਦੇ ਹਾਂ। ਫਿਰ ਰੋਜ਼ ਉਹ ਨਵਾਂ ਹੈ, ਸਾਡਾ ਪਿਆਰ ਵੀ ਰੋਜ਼ ਨਵਾਂ ਹੈ। ਮੇਰੀ ਇੱਛ ਪੁੰਨੀ ਜਿਉ ਕਰਮ ਹਮ ਕਰ ਸਾਜਨ ਆਇਆ। ਹੁਣ ਕਹਿੰਦੇ ਇੱਛਾ ਪੂਰੀ ਹੋ ਗਈ ਕਿ ਮੇਰੇ ਘਰ ਦੇ ਵਿੱਚ ਹੀ ਉਹ ਮਾਲਕ ਸਾਜਨ ਮੇਰਾ ਪਿਆਰਾ ਆ ਕੇ ਬਸ ਗਿਆ। ਮਿਲ ਵਰ ਨਾਰੀ ਮੰਗਲ ਗਾਇਆ। ਵੀ ਮੰਗਲ ਗਾਇਆ, ਜਿਹੜੇ ਮਿਲੇ ਸੀ ਉਹਨਾਂ ਨੂੰ ਮਿਲ ਕੇ ਮੰਗਲ ਗਾਇਆ, ਗਿਆਨ ਲਿਆ, ਗੁਰ ਲਿਆ, ਤੇ ਫਿਰ ਮੇਰੇ ਘਰ ਵਿੱਚ ਹੀ ਆ ਕੇ ਬਸ ਗਿਆ। ਗੁਣ ਗਾਏ ਮੰਗਲ ਪ੍ਰੇਮ ਰਹਿਸੀ, ਮੁੰਦ ਮਨ ਉਹ ਮਾਹੋ। ਕਹਿੰਦੇ ਫਿਰ ਉਨ ਜਦੋਂ ਮਿਲ ਕੇ ਮੰਗਲ ਗਾਉਂਦੇ ਨੇ, ਮਨ ਦੇ ਵਿੱਚ ਪ੍ਰੇਮ ਬਸਦਾ ਹੈ, ਪੈਦਾ ਹੁੰਦਾ ਹੈ। ਮਨ ਉਸ ਪ੍ਰਭੂ ਨੂੰ
ਅੰਦਰ ਚੌ ਪੈਦਾ ਹੁੰਦਾ ਉਮਾਉਂਦਾ ਹੈ। ਕਰ ਜੋੜ ਸਾ ਤਨ ਕਰੇ ਬਿਨਤੀ, ਰਹਿਣ ਦਿਨਸ ਪਿੰਨੀਆਂ। ਸਾਜਨ ਰਹੰਸੇ ਦੁਸ਼ਟ ਵਿਆਪੇ, ਸਾਚ ਜਪ ਸੱਚ ਲਾਹੋ। ਵੀ ਜਿਹੜੇ ਦੁਸ਼ਟ ਸੀ ਪਹਿਲਾਂ ਵਿਆਪਦੇ ਸੀ, ਉਹ ਹੁਣ ਉਹ ਛੱਡ ਦਿੱਤੇ, ਉਹ ਪਾਸਾ ਵੱਟ ਗਏ ਤੇ ਹੁਣ ਉਸ ਮਾਲਕ ਦੇ ਨਾਲ ਰਹਿੰਦੇ ਹਾਂ। ਸਾਜਨ ਰਹੰਸੇ ਦੁਸ਼ਟ ਵਿਆਪੇ, ਸਾਚ ਜਪ ਸੱਚ ਲਾਹੋ। ਵੀ ਹੁਣ ਸੱਚ ਨੂੰ ਜਪ ਕੇ ਸੱਚ ਦਾ ਲਾਹਾ ਹੈ। ਸੱਜਣ ਬਸ ਗਿਆ ਹੈ, ਜਿਹੜੇ ਦੁਸ਼ਟ ਸੀ ਉਹਨਾਂ ਤੋਂ ਛੁਟਕਾਰਾ ਹੋ ਗਿਆ ਹੈ। ਕਰ ਜੋੜ ਸਾ ਤਨ ਕਰੇ ਬਿਨਤੀ, ਰਹਿਣ ਦਿਨ ਰਸ ਪਿੰਨੀਆਂ। ਹੁਣ ਬੇਨਤੀ ਕਰਦੇ ਵੀ ਹੁਣ ਦਿਨ ਰਾਤ ਸਾਡੇ ਆਨੰਦ ਦੇ ਵਿੱਚ ਰਹਿੰਦੇ ਹੈ, ਮਨ ਭਿੱਜਿਆ ਰਹਿੰਦਾ ਹੈ ਪ੍ਰਭੂ ਦੇ ਰੰਗ ਦੇ ਵਿੱਚ। ਨਾਨਕ ਫਿਰ ਤਨ ਕਰੇ ਰਲੀਆਂ, ਇੱਛ ਮੇਰੀ ਪੁਨੀਆਂ। ਕਹਿੰਦੇ ਇਸ ਤਰੀਕੇ ਨਾਲ ਹੁਣ ਧਨ ਪਤਨੀ ਪਤੀ ਦੇ ਨਾਲ ਰਲੀਆਂ ਮੰਨਦੀ ਹੈ, ਇੱਛਾ ਪੂਰੀ ਹੋ ਗਈ ਹੈ। ਹੁਣ ਮੇਰਾ ਜਿਹੜਾ ਜੀਵਨ ਹੈ, ਹਰ ਸਮੇਂ ਮਨ ਉਸ ਪ੍ਰਭੂ ਦੇ ਵਿੱਚ ਭਿੱਜਿਆ ਰਹਿੰਦਾ, ਉਸ ਦੇ ਰੰਗ ਦੇ ਵਿੱਚ ਭਿੱਜਿਆ ਰਹਿੰਦਾ ਹੈ। ਸਾਰਾ ਹੀ ਗਿਆਨ ਇਸ ਦੇ ਵਿੱਚ ਬਖਸ਼ਿਸ਼ ਕਰ ਦਿੱਤਾ ਹੈ। ਇੱਕ ਉਦਾਹਰਨ ਦੇ ਕੇ ਇੱਕ ਔਰਤ ਤੇ ਮਰਦ, ਇੱਕ ਪਤੀ ਪਤਨੀ ਦੀ, ਕਿ ਕਿਵੇਂ ਸਹੇਲੀਆਂ ਨੂੰ ਪੁੱਛ ਕੇ, ਕਿਉਂਕਿ ਜਾਏ ਪੁੱਛੋ ਸਹੇਲੀਓ ਤੁਸੀਂ ਰਾਵਿਆ ਕਿਨੀ ਗੁਣੀ। ਕਹਿੰਦੇ ਜਾ ਕੇ ਪੁੱਛੋ ਉਹਨਾਂ ਨੂੰ ਜਿਹੜੀਆਂ ਸੁਹਾਗਣ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ। ਸਹਿਜ ਸੰਤੋਖ ਸੁਗਾਰੀਆਂ ਮਿੱਠਾ ਬੋਲਣੀ। ਕਹਿੰਦੇ ਉਹ ਫਿਰ ਕਿਵੇਂ ਵਿਚਰਦੀਆਂ ਨੇ ਸਹਿਜ ਦੇ ਵਿੱਚ, ਮਨ ਸੰਤੋਖਿਆ ਹੈ, ਸ਼ਿੰਗਾਰ ਸਹਿਜ ਦਾ ਕਰਦੀਆਂ ਨੇ, ਮਿੱਠਾ ਬੋਲਦੀਆਂ ਨੇ। ਤੇ ਉਹ ਫਿਰ ਦੱਸਦੀਆਂ ਨੇ, ਫਿਰ ਰਸਾਲੂ ਤਾਂ ਮਿਲੈ ਜਗ ਗੁਰ ਕਾ ਸ਼ਬਦ ਸੁਣੀ। ਵੀ ਫਿਰ ਰਸਾਲੂ ਤਾਂ ਸਾਨੂੰ ਤਾਂ ਹੀ ਮਿਲਦਾ ਹੈ ਜੇ ਤੂੰ ਗੁਰ ਕਾ ਸ਼ਬਦ ਸੁਣੇਗੀ, ਗੁਰ ਦਾ ਗਿਆਨ ਲਏਗੀ। ਕਿਉਂਕਿ ਗੁਰ ਦੇ ਸ਼ਬਦ ਤੋਂ ਬਿਨਾਂ, ਗੁਰ ਦੇ ਗਿਆਨ ਤੋਂ ਬਿਨਾਂ ਉਸ ਪ੍ਰਭੂ ਨਹੀਂ ਮਿਲਦਾ। ਇਹ ਵੀ ਆਪਾਂ ਇੱਥੇ ਫਿਰ ਵਿਚਾਰਿਆ ਹੈ ਸਾਰਾ ਹੀ, ਵੀ ਉਹ ਸਖੀਆਂ ਕੋਲ ਗਏ, ਉਹਨਾਂ ਗੁਰ ਦਾ ਗਿਆਨ ਦਿੱਤਾ ਤੇ ਹੁਣ ਕੀ ਅਵਸਥਾ ਬਣ ਗਈ ਕਿ ਅਸੀਂ ਉਸ ਦੇ ਨਾਲ ਰੰਗ, ਉਸ ਦੇ ਨਾਲ ਰਲੀਆਂ ਮੰਨਦੇ ਹਾਂ। ਹੁਣ ਸਾਡੇ ਦਿਨ ਰਹਿਣ ਆਨੰਦ ਦੇ ਵਿੱਚ ਲੱਗ ਜਾਂਦੇ, ਉਸ ਦੇ ਵਿੱਚ ਨੇਤਰ ਭਿੱਜੇ ਰਹਿੰਦੇ ਨੇ, ਕਿਉਂਕਿ ਨਦਰਾਂ ਦਾ ਕਰਮ ਹੈ, ਦਰਸ਼ਨ ਕਰਨੇ ਨੇ। ਜੇ ਦਰਸ਼ਨ ਨਹੀਂ ਕੀਤੇ ਤੇ ਫਿਰ ਸਾਡਾ ਜੀਵਨ ਵਿਅਰਥ ਹੈ। ਇਸ ਕਰਕੇ ਲੋਚਾ ਕਿਹੜੀ ਹੋਣੀ ਚਾਹੀਦੀ ਹੈ? ਦਰਸ਼ਨਾਂ ਦੀ। ਸੋ ਪਿਆਰਿਓ, ਨਾਲ ਨਾਲ ਆਪਾਂ ਕੋਸ਼ਿਸ਼ ਕਰੀਏ, ਜਿਹੜੇ ਜੀਵ ਨਵਾਂ ਹੈ ਕੋਈ, ਜਾਂ ਕਈ ਜੀਵ ਬਹੁਤਾ ਅਭਿਆਸ ਨਹੀਂ ਕਰ ਪਾਉਂਦੇ, ਗਿਆਨ ਤਾਂ ਲੈ ਲੈਂਦੇ ਲੇਕਿਨ ਅਭਿਆਸ ਨਹੀਂ ਕਰ ਪਾਉਂਦੇ। ਕਈ ਵਾਰੀ ਹਰ ਰੋਜ਼ ਸੰਗਤ ਵੀ ਨਹੀਂ ਕਰ ਹੁੰਦੀ, ਕਿਉਂਕਿ ਆਪਣਾ ਜ਼ਰੂਰੀ ਕਰਮ ਹੈ। ਹੋਰ ਕੰਮ ਆਪਣੇ ਬੇਸ਼ੱਕ ਕੋਈ ਰਹਿ ਜਾਵੇ, ਅਗਲੇ ਦਿਨ ਹੋ ਜਾਏਗਾ, ਲੇਕਿਨ ਇਹ ਸਭ ਤੋਂ ਜ਼ਰੂਰੀ ਹੈ। ਇਸ ਕਰਕੇ ਜੇ ਜ਼ਿਆਦਾ ਨਹੀਂ, ਸ਼ਾਮ ਸਵੇਰੇ ਜੋ ਆਪਾਂ ਅਭਿਆਸ ਕਰਦੇ ਹਾਂ ਸੰਗਤ ਰੂਪ ਦੇ ਵਿੱਚ, ਉਨਾ ਕੁ ਤਾਂ ਸਾਨੂੰ ਕਰਨਾ ਜ਼ਰੂਰੀ ਹੈ, ਤਾਂ ਕਿ ਆਪਾਂ ਜਿਸ ਕਾਰਜ ਵਾਸਤੇ ਆਏ ਹਾਂ ਉਸ ਕਾਰਜ ਨੂੰ ਪੂਰਾ ਕਰੀਏ। ਸੋ ਆਓ ਹੁਣ ਆਪਾਂ ਨਾਲ ਨਾਲ ਸਮਝੀਏ ਕਿਵੇਂ ਪਿਆਰ ਪਾਉਣਾ ਹੈ। ਜੇ ਕੋਈ ਨਵਾਂ ਜੀਵ ਹੈ, ਸਮਝਣ ਦੀ ਕੋਸ਼ਿਸ਼ ਕਰੇ, ਕਿਉਂਕਿ ਨੇਤਰਾਂ ਦਾ ਕਰਮ ਹੈ, ਨੇਤਰਾਂ ਦੁਆਰਾ ਹੀ ਉਸ ਨੂੰ ਪਾ ਸਕਦੇ ਹਾਂ। ਤੇ ਦੋ ਨੇਤਰ ਨੇ ਸਾਡੇ, ਦੋ ਨੇਤਰ ਨੇ, ਦੋਨਾਂ ਨੇਤਰਾਂ ਦੇ ਵਿੱਚ ਜੋਤ ਹੈ। ਤੇ ਪਰਮੇਸ਼ਰ ਇੱਕ ਜੋਤ ਹੈ, ਪ੍ਰਕਾਸ਼ ਰੂਪ ਹੈ। ਅਸੀਂ ਦੋ ਜੋਤਾਂ ਦੇ ਵਿੱਚ ਹਾਂ। ਇਸ ਕਰਕੇ ਜਦ ਤੱਕ ਆਪਾਂ ਇੱਕ ਨਹੀਂ ਹੁੰਦੇ ਤੇ ਜਾ ਕੇ ਸਮਾ ਨਹੀਂ ਸਕਦੇ।
ਸਾਨੂੰ ਸਮਝਾਇਆ ਹੈ ਕਿ ਇਹਨਾਂ ਦੋਨਾਂ ਨੇਤਰਾਂ ਨੂੰ ਜਿੱਥੋਂ ਸਵਾਸ ਆਉਂਦਾ ਹੈ ਇਸ ਪੁਆਇੰਟ ਤੇ ਆਪਾਂ ਸਮ ਕਰਨਾ ਹੈ, ਤੇ ਇੱਥੇ ਸਮ ਕਰਕੇ ਰੱਖਾਂਗੇ ਤੇ ਸਾਡੀ ਜੋਤ ਬ੍ਰਹਮ ਜੋਤ 'ਚ ਮਿਲ ਜਾਂਦੀ ਹੈ। ਪਰ ਇਹ ਵੀ ਤਾਂ ਹੀ ਹੁੰਦਾ ਹੈ ਜੇ ਆਪਾਂ ਗੁਰ ਦਾ ਗਿਆਨ ਲੈਂਦੇ ਹਾਂ। ਇਸ ਕਰਕੇ ਇੱਕ ਵਾਰੀ ਆਪਾਂ ਸਮਝਣਾ ਹੈ, ਗੁਰ ਲੈਣਾ ਹੈ। ਗੁਰ ਹੈ ਜੁਗਤੀ, ਕਿਵੇਂ ਆਪਾਂ ਧਿਆਉਣਾ ਹੈ ਤੇ ਫਿਰ ਉਵੇਂ ਧਿਆਉਣਾ ਹੈ। ਧਿਆਵਾਂਗੇ, ਗੁਰ ਨਾਲ ਪਿਆਰ ਪਾਵਾਂਗੇ, ਨਾਮ ਨਾਲ ਪਿਆਰ ਪਾਵਾਂਗੇ ਤੇ ਫਿਰ ਸਾਡੇ ਹਿਰਦੇ ਦੇ ਵਿੱਚ ਆ ਕੇ ਆਪ ਵਸ ਜਾਂਦਾ ਹੈ। ਸੋ ਕਿਵੇਂ ਕਰਨਾ ਹੈ, ਮੇਰੇ ਵੱਲ ਦੇਖ ਲਵੋ। ਪਹਿਲਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਨਾ ਹੈ ਤੇ ਇੱਥੇ ਜੋ ਕੋਈ ਨਵਾਂ ਜੀਵ ਉਸਨੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਉਸਨੇ ਇੱਥੇ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜਦੋਂ ਸਾਡਾ ਮਨ ਇੱਕ ਦ੍ਰਿਸ਼ਟ ਹੁੰਦਾ ਹੈ ਉਦੋਂ ਨੱਕ ਨਜ਼ਰ ਨਹੀਂ ਆਏਗਾ। ਜਦੋਂ ਦੋ ਦ੍ਰਿਸ਼ਟ ਦੇ ਵਿੱਚ ਹੈ ਉਦੋਂ ਸਾਨੂੰ ਨੱਕ ਦਿਸੇਗਾ। ਇੱਥੇ ਦੇਖਣ ਦੇ ਨਾਲ ਜੇ ਦਿਸਦਾ ਹੈ ਫਿਰ ਕਿਸ ਪਾਸੇ ਦਿਸਦਾ ਹੈ, ਸੱਜੇ ਦਿਸਦਾ, ਖੱਬੇ ਜਾਂ ਦੁਵੱਲੇ ਵਿਚਾਲੇ, ਇਹ ਆਪਾਂ ਦੇਖਣਾ ਹੈ। ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ। ਉਸ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ ਤੇ ਦੇਖਣਾ, ਪਹਿਚਾਨਣਾ ਆਪਣੇ ਆਪ ਨੂੰ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਵਾਜ਼ ਦੇਵਾਂਗਾ ਆਪ ਜੀ ਨੂੰ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕਦੇ ਨਹੀਂ। ਇੱਧਰ ਤੋਂ ਧਿਆਨ ਇਸ ਪਾਸੇ ਨੂੰ ਸਾਹਮਣੇ, ਇੱਧਰ ਨੂੰ ਨਹੀਂ ਲੈ ਕੇ ਜਾਣਾ, ਮਸਤਕ ਦੇ ਸਾਹਮਣੇ ਆ ਕੇ। ਫਿਰ ਜਦੋਂ ਕਹਾਂਗਾ ਵਾਪਸ ਸਾਹਮਣੇ, ਫਿਰ ਸਾਹਮਣੇ ਲੈ ਆਉਣਾ। ਫਿਰ ਜਦੋਂ ਕਹਾਂਗਾ ਸਮ ਕਰੋ, ਫਿਰ ਇੱਥੇ ਸਮ ਕਰ ਲੈਣਾ ਹੈ। ਫਿਰ ਸਮ ਕਰਕੇ ਫਿਰ ਦੇਖਣਾ ਹੈ। ਜੇ ਕੋਈ ਨਵਾਂ ਜੀਵ ਹੈ, ਜੇ ਨੱਕ ਦਿਸਦਾ ਸੀ ਫਿਰ ਉਸਨੇ ਦੇਖਣਾ ਵਾਪਸ ਆ ਕੇ ਕਿ ਦਿਸ ਨੂੰ ਹਟ ਗਿਆ। ਜੇ ਦਿਸ ਨੂੰ ਹਟ ਗਿਆ ਤੇ ਇੱਕ ਦ੍ਰਿਸ਼ਟ ਹੋ ਗਿਆ। ਏਦਾਂ ਹੀ ਜਿਹੜੇ ਜੀਵ ਪਹਿਲਾਂ ਕਮਾਉਂਦੇ ਨੇ ਉਹਨਾਂ ਆਪਣੇ ਆਪ ਨੂੰ ਚੈੱਕ ਕਰਨਾ ਹੁੰਦਾ ਹੈ, ਆਪਣੇ ਰੂਪ ਨੂੰ ਦੇਖਣਾ ਹੁੰਦਾ ਹੈ ਕਿ ਸਾਡਾ ਮਨ ਨਿਰਮਲ ਹੈ, ਕਿਤੇ ਮੈਲ ਤਾਂ ਨਹੀਂ ਲੱਗੀ। ਜੇ ਲੱਗੀ ਹੈ ਥੋੜ੍ਹੀ ਬਹੁਤੀ ਤੇ ਫਿਰ ਆਪਾਂ ਧਿਆ ਕੇ ਉਤਾਰ ਸਕਦੇ, ਮਨ ਨੂੰ ਧੋ ਸਕਦੇ ਹਾਂ। ਆਓ ਨੇਤਰ ਸਮ ਕਰੋ। सामने लेके आइए ध्यान। मस्तक दे सामने ले जाओ, पलका उत्ते चुक दो। फिर सामने लेके आइए। फिर सम करके देखो नक ते। जे कोई नवा है उसने देखना है। जे पहला दिसदा सी नक कि हुण दिसनों हट गया, क्योंकि नक नहीं दिसना चाहिए अभ्यास दे विच। उदों ही अपना ध्यान अगे चलेगा जदों सानू नक नहीं नजर आएगा।
नीचे लै जो ध्यान, बिल्कुल रिलैक्स देखना है थले, जो भी थले विषया है जिथे आप बैठे अपने तो 2 फुट अगे ले जाना ध्यान नूं, 2-2.5 फुट अगे, तो जो विषय उस तो थोड़ा जा ऊपर देखना है। चादर जो भी फर्श है उस तो थोड़ा जा ऊपर देखने की कोशिश करनी है। इत्थे सानू प्रकाश अनुभव होना शुरू हो जाएगा। पानी की तरह प्रकाश इत्थे अनुभव होना शुरू हो जाएगा, जिवें लहरां हुंदियां जल दियां सरोवर च, इवें इत्थे प्रकाश दियां सानू हलचल अनुभव होनी शुरू हो जाती है। सम करके देखिए, फिर अपने आप नूं सम करके देखिए। फिर नीचे ले जाओ ध्यान,
फिर सम करके देखे अपने आप नूं। नीचे लै जो ध्यान, और सामने लेके आइए ध्यान। सामने लेके आइए।
मस्तक दे सामने लै जो, पलका उत्ते चुक दो। फिर सामने लेके आओ ध्यान। नीचे ले जो ध्यान। और सम करके देखिए अपने आप नू।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਜਦੋਂ ਆਪਾਂ ਪਿਆਰ ਪਾਵਾਂਗੇ ਤੇ ਸਾਡੇ ਹਿਰਦੇ ਦੇ ਵਿੱਚ ਵਸ ਜਾਵੇਗਾ। ਜਿਨ੍ਹਾਂ ਨੂੰ ਚਾਅ ਹੈ ਦਰਸ਼ਨਾਂ ਦਾ, ਜਿਹੜੇ ਚਾਹੁੰਦੇ ਨੇ ਕਿ ਸਾਡਾ ਮਕਸਦ ਹੀ ਉਸ ਪ੍ਰਭੂ ਨੂੰ ਮਿਲਣਾ ਹੈ, ਉਸ ਪ੍ਰਭੂ ਨੂੰ ਹਿਰਦੇ ਵਿੱਚ ਵਸਾਉਣਾ ਹੈ, ਉਸ ਨੂੰ ਚੇਤਨਾ ਹੈ, ਉਹੀ ਉਸ ਪ੍ਰਭੂ ਨੂੰ ਪਾਉਂਦੇ ਨੇ। ਕਿਉਂਕਿ ਬਾਰੀ ਭੇਖ ਦੇ ਨਾਲ ਜਾਂ ਬਾਰੀ ਦਿਖਾਵੇ ਦੇ ਨਾਲ ਨਹੀਂ ਮਿਲਦਾ। ਉਹ ਜਾਣਦਾ ਹੈ ਕਿ ਕੌਣ ਮੈਨੂੰ ਕਿੰਨਾ ਕੁ ਪਿਆਰ ਕਰਦਾ ਹੈ, ਕਿਸ ਦੇ ਅੰਦਰ ਕਿੰਨੀ ਤੜਪ ਹੈ, ਕਿੰਨੀ ਕੁ ਕਿਸੇ ਨੂੰ ਪਿਆਸ ਹੈ। ਕਿਉਂਕਿ ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਸੋ ਪਿਆਰਿਓ, ਆਪਾਂ ਚਾਅ ਪੈਦਾ ਕਰਨਾ ਹੈ ਤੇ ਅੰਦਰੋਂ ਕਪਟ ਖਤਮ ਕਰਨਾ ਹੈ, ਤਾਂ ਕਿ ਸਾਡੇ ਹਿਰਦੇ ਦੇ ਵਿੱਚ ਬਸ ਜਾਵੇ। ਹਿਰਦੇ ਨੂੰ ਸ਼ੁੱਧ ਕਰਨਾ ਹੈ, ਫਿਰ ਹੀ ਸਾਡੇ ਹਿਰਦੇ ਦੇ ਵਿੱਚ ਵਾਸਾ ਹੋਏਗਾ। ਸੋ ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।